अस्सलाम वालेकुम जी। सियाणे कहते हैं भी रोगी दी जीभ ते वेद दे ਕੰਨ ਵੱਡੇ ਹੋਣੇ ਚਾਹੀਦੇ ਆ ਵੀ ਕਿਦਾਂ ਜਿਹੜੇ ਬੰਦੇ ਨੂੰ ਰੋਗ ਹੁੰਦਾ ਨਾ, ਜਿਹੜੇ ਬੰਦੇ ਨੂੰ ਕੋਈ ਦੁੱਖ ਹੁੰਦਾ ਉਹਨੂੰ ਦੱਸਣਾ ਪੈਂਦਾ ਵੀ ਮੈਨੂੰ ਕੀ ਆ ਚੰਗੀ ਤਰ੍ਹਾਂ ਵੇਦ ਨੂੰ, ਤੇ ਵੇਦ ਸਾਧਦੇ ਆ ਡਾਕਟਰ ਨੂੰ ਵੀ ਡਾਕਟਰ ਦੇ ਕੰਨ ਵੱਡੇ ਹੋਣੇ ਚਾਹੀਦੇ ਆ ਵੀ ਉਹ ਚੰਗੀ ਤਰ੍ਹਾਂ ਸੁਣ ਲਵੇ ਵੀ ਦੁੱਖ ਹੈ ਕੀ ਆ, ਫਿਰ ਹੀ ਉਹਦਾ ਦੁੱਖ ਸੁਣ ਕੇ ਉਹਦੀ ਕੋਈ ਦਵਾਈ ਦਊਗਾ। ਜਿੱਦਾਂ ਤੁਸੀਂ ਅੱਗੇ ਦੇਖਿਆ ਵੀ ਸਾਡੇ ਕੋਲ ਡਾਕਟਰ ਉਮਰ ਫਰੂਕ ਸਾਹਿਬ ਆ, ਸਾਡੇ ਵੇਦ ਆ, ਤੇ ਆਤਫ ਸਾਹਿਬ ਬੈਠੇ ਆ, ਨਵਾਜ਼ ਸਾਹਿਬ ਬੈਠੇ ਆ, ਸਾਡੀ ਟੀਮ ਆ, ਸਾਡੇ ਕੋਲ ਪ੍ਰਾਹੁਣੇ ਬੈਠੇ ਫੋਟਾਬਾਜ਼ ਤੋਂ। ਅਸੀਂ ਸਾਰਿਆਂ ਨੂੰ ਜੀ ਆਇਆ ਕਹਿੰਦੇ ਆ ਵੀ ਸ਼ੁਕਰਗੁਜ਼ਾਰ ਆ ਵੀ ਆਪਣਾ ਖਸੂਸੀ ਟਾਈਮ ਕੱਢ ਕੇ ਆਪਣੇ ਰੁਝੇਵੇਂ ਤੋਂ ਟਾਈਮ ਕੱਢ ਕੇ, ਅੱਜ ਦੌਰ ਐਸਾ ਅਫਰਾ ਤਫਰੀ ਦਾ ਦੌਰ ਆ ਵੀ ਬੰਦਿਆਂ ਕੋਲ ਟਾਈਮ ਕੋਈ ਨਹੀਂ, ਫਿਰ ਵੀ ਅੱਲਾ ਦੀ ਰਾਹ ਵਾਸਤੇ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਇੱਕ ਟਰੱਕ ਸਮਾਨ ਦਾ ਲੈ ਕੇ। ਅੱਗੇ ਅਸੀਂ ਦੇ ਕੇ ਆਏ ਆ, ਹੁਣ ਫਿਰ ਆਤਫ ਸਾਹਿਬ, ਡਾਕਟਰ ਸਾਹਿਬ, ਨਵਾਜ਼ ਸਾਹਿਬ ਫਿਰ ਅਗਲਾ ਟਰੱਕ ਲੈ ਕੇ ਆਏ ਆ। ਸਿਰਫ ਕੀ ਵੀ ਡਾਕਟਰ ਸਾਹਿਬ ਸਲਾਬ ਵਾਲਿਆਂ ਨੂੰ ਆਪਣੇ ਮਰੀਜ਼ ਹੀ ਸਮਝਦੇ ਆ, ਆਤਫ ਸਾਹਿਬ ਵੀ ਉਹਨਾਂ ਦਾ ਦੁੱਖ ਇਹ ਸਮਝ ਗਏ ਵੀ ਕਿੱਦਾਂ ਵੀ ਜਿਵੇਂ ਸਿਆਲੇ ਦਾ ਮੌਸਮ ਆ ਵੀ ਹੁਣ ਬੰਦਿਆਂ ਨੂੰ ਰਜਾਈਆਂ ਚਾਹੀਦੀਆਂ, ਤਲਾਈਆਂ ਚਾਹੀਦੀਆਂ, ਵੀ ਉੱਤੇ ਲਿਆਫ ਚਾਹੀਦੇ ਆ, ਜਿਵੇਂ ਸਿਆਲਾ ਜਰਸੀਆਂ ਚਾਹੀਦੀਆਂ, ਟੋਪੀਆਂ, ਜਰਾਬਾਂ, ਰਮਾਲ, ਖੇਸੀਆਂ, ਲੋਈਆਂ, ਹਰ ਸ਼ੈ ਲੈ ਕੇ ਆਏ ਆ। ਅਸੀਂ ਉਹ ਤੁਹਾਨੂੰ ਸਮਾਨ ਦਿਖਾਵਾਂਗੇ ਵੀ ਜਦੋਂ ਉੱਥੇ ਲੈ ਕੇ ਜਾਵਾਂਗੇ ਵੰਡਾਂਗੇ। ਤੇ ਅਸੀਂ ਜਿੱਦਾਂ ਕਿ ਦੱਸਿਆ ਵੀ ਡਾਕਟਰ ਸਾਹਿਬ ਦੀ ਅਸੀਂ ਟੀਮ ਦਾ ਹੁਣ ਹਿੱਸਾ ਬਣ ਗਏ ਆ ਤੇ ਇੱਕ ਜਾਨ ਹੋ ਕੇ ਕੰਮ ਕਰ ਰਹੇ ਆ। ਮੈਨੂੰ ਬੜਾ ਚੰਗਾ ਲੱਗਾ ਪਿਛਲੇ ਦਿਨਾਂ ਦੇ ਵਿੱਚ। ਅਸੀਂ ਖਸੂਸੀ ਸ਼ੁਕਰੀਆ ਅਦਾ ਕਰਦੇ ਆ ਡਾਕਟਰ ਸਾਹਿਬ ਦਾ ਵੀ ਸਾਡੇ ਪਿੰਡ ਦੇ ਸਕੂਲਾਂ ਨੂੰ, ਸਾਡੇ ਪਿੰਡ ਦੇ ਵਿੱਚ 4 ਸਕੂਲ ਆ ਤੇ ਚਾਰੇ ਸਕੂਲ ਭਰਵੇਂ ਵੱਡੇ ਸਕੂਲ ਆ, ਬੜੀ ਤਾਦਾਦ ਆ ਕਿਉਂ ਸਾਨੂੰ ਇੱਥੇ 400 ਪਿੰਡ ਪੈਂਦਾ ਰਹਿਮੇ ਸ਼ਾਹ ਨੂੰ, ਤੇ ਸਾਰੇ ਸਕੂਲਾਂ ਦੇ ਵਿੱਚ ਆਤਫ ਸਾਹਿਬ, ਨਵਾਜ਼ ਸਾਹਿਬ ਤੇ ਡਾਕਟਰ ਸਾਹਿਬ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਆ। ਸਾਰੇ ਬੱਚਿਆਂ ਵਾਸਤੇ ਜਰਸੀਆਂ ਲੈ ਕੇ ਆਏ, ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ, ਸਾਰਿਆਂ ਨੂੰ ਜਰਸੀਆਂ ਤੋਹਫਾ ਦੇ ਕੇ ਗਏ। ਤੇ ਐਡੇ ਮੌਕੇ ਦਾ ਉਹ ਤੋਹਫਾ ਸੀ ਨਾ ਵੀ ਨਿਆਣੇ ਵੀ ਰਾਜੀ ਹੋ ਗਏ ਤੇ ਸਾਰਾ ਪਿੰਡ ਰਾਜੀ ਹੋ ਗਿਆ। ਤੇ ਅਸੀਂ ਜਦੋਂ ਵੀ ਸਾਡੇ ਪਿੰਡ ਵੱਲ ਨੂੰ ਇਹ ਰੁਖ ਕਰਦੇ ਆ ਨਾ ਤੇ ਸਾਡੇ ਵਾਸਤੇ ਇਦਾਂ ਦੀ ਕੋਈ ਠੰਡੀ ਹਵਾ ਦਾ, ਜਿਵੇਂ ਕਿ ਹੁਣ ਕਹਿੰਦੇ ਆ ਵੀ ਇੱਥੇ ਕੈਂਪ ਵੀ ਲਾਵਾਂਗੇ, ਜਿੱਦਾਂ ਡਾਕਟਰ ਸਾਹਿਬ ਮਿਹਦੇ ਜਿਗਰ ਦੇ ਡਾਕਟਰ ਆ, ਸਾਡੇ ਪਿੰਡ 'ਚ ਕੈਂਪ ਵੀ ਲੱਗੂਗਾ। ਤੇ ਅਸਲ ਅੱਜ ਜਿਹੜਾ ਇਕੱਠੇ ਹੋਣ ਦਾ ਮਕਸਦ ਸਾਡਾ ਇਹੀ ਸੀਗਾ ਵੀ ਸਲਾਬ ਵਾਲਿਆਂ ਵਾਸਤੇ ਜਿਹੜਾ ਅਸੀਂ ਸਮਾਨ ਇਕੱਠਾ ਕੀਤਾ ਵੀ ਰੱਬ ਦੀ ਜ਼ਾਤ ਇਹ ਅਮਾਨਤ ਉਹਨਾਂ ਅਮਾਨਤਦਾਰਾਂ ਤੱਕ ਪਹੁੰਚਾਉਣ ਦੀ ਸਾਨੂੰ ਤੌਫੀਕ ਦੇਵੇ। ਤੇ ਤੁਸੀਂ ਜਿਹੜੇ ਬੈਠੇ ਦੇਖ ਰਹੇ ਆ ਵੀ ਸਾਡੇ ਵਾਸਤੇ ਦੁਆ ਕਰਿਓ। ਬਹੁਤ ਸਾਰੇ ਬੰਦੇ ਜਿਹੜੇ ਰਲ ਕੇ ਇੱਥੇ ਤੱਕ ਅਸੀਂ ਪਹੁੰਚੇ ਆ, ਹੁਣ ਸਾਰਿਆਂ ਦਾ ਨਾਂ ਨਹੀਂ ਅਸੀਂ ਲੈ ਸਕਦੇ, ਰੱਬ ਦੀ ਜ਼ਾਤ ਉਹਨਾਂ ਨੂੰ ਇਹਦਾ ਸਿਲਾ ਦੇਵੇ, ਰੱਬ ਉਹਨਾਂ ਵਾਸਤੇ ਸਖਿਆਈਆਂ ਕਰੇ। ਤੇ ਅਖੀਰ ਦੇ ਉੱਤੇ ਫਿਰ ਅਸੀਂ ਸ਼ੁਕਰਗੁਜ਼ਾਰ ਆਤਫ ਸਾਹਿਬ ਖਸੂਸੀ ਤੌਰ ਤੇ ਤੁਹਾਡੇ, ਡਾਕਟਰ ਸਾਹਿਬ ਤੁਹਾਡੇ ਜੀ, ਨਵਾਜ਼ ਸਾਹਿਬ ਬੜੀ ਮਿਹਰਬਾਨੀ, ਅੱਲਾਹ ਤਾਲਾ ਤੁਹਾਨੂੰ ਅਜਰ ਦੇਵੇ। ਤੁਸੀਂ ਘੜੀ ਮੂੜੀ ਇਕੱਠੇ ਕਰਕੇ ਇੰਨਾ ਪੈਸਾ ਇਕੱਠਾ ਕਰਕੇ ਇੰਨਾ ਸਮਾਨ ਲੈ ਕੇ, ਅੱਛਾ ਇੱਕ ਤਾਂ ਹੁੰਦਾ ਕਿ ਇੱਕ ਬੰਦਾ ਪੈਸੇ ਦੇ ਕੇ ਵਿਹਲਾ ਹੋ ਜਾਂਦਾ, ਇੱਕ ਬੰਦਾ ਸਮਾਨ ਲੈਂਦਾ, ਸਮਾਨ ਕਿਹੜਾ ਲੈਣਾ ਲੱਭ ਕੇ ਮਾਰਕੀਟ 'ਚੋਂ ਸਸਤਾ ਲੈ ਕੇ। ਤੇ ਜਿਵੇਂ ਹੁਣ ਆਤਫ ਸਾਹਿਬ ਦੀ ਆਪਣੀ ਮਿੱਲ ਆ, ਆਪਣੀ ਮਿੱਲ 'ਚੋਂ ਸਮਾਨ ਤਿਆਰ ਕਰਾਇਆ, ਸਮਾਨ ਵੀ ਇੱਕ ਨੰਬਰ ਤਿਆਰ ਕਰਾਇਆ। ਹੁਣ ਜਿਹੜੀਆਂ ਰਜ਼ਾਈਆਂ ਐਤਕੀ ਇਹ ਲੈ ਕੇ ਆਏ ਆ ਵੀ ਪਾਕਿਸਤਾਨ 'ਚ ਸਭ ਤੋਂ ਟਾਪ ਦੀਆਂ ਰਜ਼ਾਈਆਂ ਜਿਹੜੀਆਂ ਲੈ ਕੇ, ਸਭ ਤੋਂ ਮਹਿੰਗੀਆਂ ਰਜ਼ਾਈਆਂ, ਤੇ ਫਿਰ ਉਹ ਪੈਕ ਕੀਤੀਆਂ, ਪੈਕ ਇਦਾਂ ਕੀਤੀਆਂ ਜਿਵੇਂ ਕਿਸੇ ਨੂੰ ਈਦ ਦਾ ਤੋਹਫਾ ਦੇਈਦਾ। ਸ਼ੌਕ ਵਾਲੇ ਬੰਦੇ, ਪੜ੍ਹੇ ਲਿਖੇ ਬੰਦੇ ਆ, ਤੇ ਫਿਰ ਉਹ ਪੜ੍ਹੇ ਲਿਖਿਆਂ ਵਾਲਾ ਕੰਮ ਕਰਨਾ। ਤੇ ਦੁਆਵਾਂ 'ਚ ਯਾਦ ਰੱਖਿਓ ਵੀ ਰੱਬ ਖੈਰੀ ਸਲਾਮਤੀ ਸਾਡਾ ਇਹ ਫੇਰਾ ਵੀ ਕਾਮਯਾਬ ਕਰ, ਜਿਉਂਦੇ ਵਾਸਤੇ ਰਹੋ ਜੀ, ਬੜੀ ਮਿਹਰਬਾਨੀ। ਅੱਛਾ ਸਮਾਨ ਦਾ ਪੁੱਛਦੇ ਆ ਨਵਾਜ਼ ਸਾਹਿਬ ਨੂੰ ਥੋੜੀ ਤਫਸੀਲ ਵੀ ਡਾਕਟਰ ਸਾਹਿਬ ਦੱਸਿਓ ਵੀ ਕੀ। ਨਵਾਜ਼ ਸਾਹਿਬ अस्सलाम वालेकुम जी। ਦੁਬਾਰਾ ਅੱਲਾਹ ਪਾਕ ਨੇ ਸਾਨੂੰ ਤੌਫੀਕ ਦਿੱਤੀ ਤੇ ਅਸੀਂ ਅੰਜਮ ਸਰੋਇਆ ਸਾਹਿਬ ਕੋ ਆਏ। ਮੈਂ ਇੱਕ ਛੋਟੀ ਜੀ ਰਬਾਈ ਅੰਜਮ ਸਾਹਿਬ ਤੁਹਾਡੀ ਨਜ਼ਰ ਕਰਦਾ। ਬਿਸਮਿਲ੍ਲਾ। ਕਿ ਮੇਰੇ ਅਰਬ ਸ਼ਰੀਫ ਦੇ ਚੰਨ ਵਰਗਾ ਪੈਦਾ ਸਾਹਿਬੇ ਜਮਾਲ ਨਹੀਂ ਹੋ ਸਕਦਾ। ਮੇਰੇ ਅਰਬ ਸ਼ਰੀਫ ਦੇ ਚੰਨ ਵਰਗਾ ਪੈਦਾ ਸਾਹਿਬੇ ਜਮਾਲ ਨਹੀਂ ਹੋ ਸਕਦਾ, ਬੇਸ਼ੱਕ, ਬਲਕਿ ਸਾਰੇ ਜ਼ਮਾਨੇ ਦੇ ਸ਼ਾਇਰਾਂ ਦਾ ਐਡਾ ਸੋਹਣਾ ਖਿਆਲ ਨਹੀਂ ਹੋ ਸਕਦਾ। ਸੁਭਾਨ ਅੱਲਾਹ। ਉਹਦਾ ਸਾਨੀ ਤੇ ਇਸ ਜਹਾਨ ਅੰਦਰ, ਉਹਦਾ ਸਾਨੀ ਤੇ ਇਸ ਜਹਾਨ ਅੰਦਰ ਕੋਈ ਮਾਈ ਦਾ ਲਾਲ ਨਹੀਂ ਹੋ ਸਕਦਾ। ਨਾ ਸਰੋਦੀ ਜ਼ਾਤ ਤੇ ਇੱਕ ਪਾਸੇ ਪੈਦਾ ਦੂਜਾ ਬਿਲਾਲ ਨਹੀਂ ਹੋ ਸਕਦਾ। ਸੁਭਾਨ ਅੱਲਾਹ, ਸੁਭਾਨ ਅੱਲਾਹ। ਤੇ ਗੱਲ ਤੁਰਦਿਆਂ ਤੁਰਦਿਆਂ ਆਈ ਤੇ ਇੱਕ ਰਬਾਈ ਹੁਣੀ ਜ਼ਿਹਨ ਚ ਆਈ ਕਿ ਜਦੋਂ ਇਨਸਾਨ ਕਿਸੇ ਨਾਲ
ਪੱਕੀ ਪ੍ਰੀਤ ਲਾ ਲੈਂਦਾ ਉੱਥੇ ਕਿ ਪਾਣੀ ਵਿੱਚ ਮਧਾਣੀ ਦਾ ਕੀ ਫਾਇਦਾ। ਪਾਣੀ ਵਿੱਚ ਮਧਾਣੀ ਦਾ ਕੀ ਫਾਇਦਾ। ਐਵੇਂ ਪਾਣੀ ਨੂੰ ਢਿੜਕਣਾ ਨਹੀਂ ਚਾਹੀਦਾ। ਸੱਚੀਆਂ ਨਾਲ ਲਾ ਕੇ ਪ੍ਰੀਤ ਸੱਚੀ ਪੱਕੇ ਰਹੀਏ, ਫਿਰ ਥਿੜਕਣਾ ਚਾਹੀਦਾ ਨਹੀਂ। ਜਿਸ ਸ਼ੀਸ਼ੇ ਵਿੱਚ ਯਾਰ ਦਾ ਅਕਸ ਹੋਵੇ ਉਸ ਸ਼ੀਸ਼ੇ ਨੂੰ ਵੀ ਤਿੜਕਣਾ ਚਾਹੀਦਾ ਨਹੀਂ। ਤੇ ਕੁੱਤਾ ਹੋਵੇ ਭਾਵੇਂ ਯਾਰ ਦੀ ਗਲੀ ਵਾਲਾ, ਉਸ ਕੁੱਤੇ ਨੂੰ ਵੀ ਝਿੜਕਣਾ ਚਾਹੀਦਾ। ਅਸੀਂ ਤੇ ਲੰਮੀ ਨਿਭਾਉਣ ਵਾਲੇ ਆਏ ਆ ਜੀ ਤੁਹਾਡੇ ਕੋਲ, ਤੇ ਉਹਦੇ ਵਿੱਚ ਸਾਡੇ ਕੋਲ ਸਮਾਨ ਦੀ ਅੱਲਾਹ ਪਾਕ ਤੌਫੀਕ ਦਿੰਦਾ ਤੇ ਅਸੀਂ ਇੱਥੋਂ ਤੱਕ ਆਏ ਆ ਜੀ। ਮਾਸ਼ਾਅੱਲਾ। ਇਨਸਾਨ ਦੀ ਆਪਣੀ ਕੋਈ ਹਸੀਅਤ ਨਹੀਂ ਹੁੰਦੀ। ਅਸੀਂ ਜਦੋਂ ਸ਼ੁਰੂ ਹੋਏ ਸੀ ਤੇ ਅੱਜ ਅੱਲਾਹ ਪਾਕ ਨੇ ਕਿੰਨਾ ਕਰਮ ਕੀਤਾ ਕਿ ਦੁਬਾਰਾ ਫਿਰ ਆਪਣੀ ਹਸੀਅਤ ਦੇ ਮੁਤਾਬਕ ਇੱਕ ਸੌ ਰਜ਼ਾਈ ਆ ਜੀ ਉਹਦੇ ਵਿੱਚ। ਮਾਸ਼ਾਅੱਲਾ। ਉਸ ਤੋਂ ਬਾਅਦ ਜਿਹੜੇ ਬੱਚੇ ਪੈਦਾਇਸ਼ ਹੁੰਦੀ ਜਿਨ੍ਹਾਂ ਬੱਚਿਆਂ ਦੀ, ਉਹਨਾਂ ਬਾਰੇ ਸੋਚਿਆ ਗਿਆ। ਉਹਨਾਂ ਦੇ ਅੰਡਰ ਗਾਰਮੈਂਟਸ ਨੇ, ਉਹਨਾਂ ਦੀ ਹਾਈ ਨੈਕ ਆ, ਉਹਨਾਂ ਦੀਆਂ ਲੈਗੀਆਂ ਲਿਆਏ ਆ, ਕੋਈ ਚਾਦਰਾਂ ਬੈੱਡ ਸ਼ੀਟਾਂ ਲਿਆਂਦੀਆਂ ਜੀ। ਉਸ ਤੋਂ ਬਾਅਦ ਸੂਟ ਨੇ ਜੀ ਕੁਝ ਸਾਡੇ ਭਰਾਵਾਂ ਦੇ, ਕੋਈ ਸਾਡੀਆਂ ਭੈਣਾਂ ਦੇ। ਉਸ ਤੋਂ ਬਾਅਦ ਅਸੀਂ ਜਰਸੀਆਂ ਕੁਝ ਲਿਆਂਦੀਆਂ ਜੀ। ਤੇ ਅੱਲਾਹ ਪਾਕ ਇਹਨੂੰ ਕਬੂਲ ਕਰੇ। ਤੇ ਮੇਰੀ ਦੁਆ ਵਾ ਕਿ ਸਾਨੂੰ ਸਾਰਿਆਂ ਨੂੰ ਅੱਲਾਹ ਪਾਕ ਬਾਰ-ਬਾਰ ਇਹ ਕਰਨ ਦੀ ਤੌਫੀਕ ਦੇਵੇ। ਕਿਸੇ ਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਪੁੱਛਿਆ, ਯਾ ਰਸੂਲ ਅੱਲਾਹ ਕਿੱਦਾਂ ਪਤਾ ਲੱਗੂ ਮੈਂ ਚੰਗਾ ਕੰਮ ਕੀਤਾ। ਮੇਰੇ ਸੋਹਣੇ ਨਬੀ ਨੇ ਫਰਮਾਇਆ, ਤੇਰੇ ਦਿਲ ਨੇ ਤੈਨੂੰ ਦੱਸ ਦੇਣਾ। ਕੀ ਬਾਤ। ਯਾ ਰਸੂਲ ਅੱਲਾਹ ਕਿੱਦਾਂ? ਉਹਨੇ ਕਿਹਾ, ਤੂੰ ਚੰਗਾ ਕੰਮ ਕਰੇਗਾ ਤੇਰੇ ਦਿਲ ਨੇ ਦੱਸ ਦੇਣਾ ਤੂੰ ਚੰਗਾ ਕੀਤਾ। ਤੇ ਜੇ ਮੰਦਾ ਕੀਤਾ ਹੋਇਆ ਤੇਰੇ ਦਿਲ ਨੇ ਇੱਕ ਦਫਾ ਤੈਨੂੰ ਦੱਸਣਾ। ਬੜੀ ਮਿਹਰਬਾਨੀ। ਤੁਸੀਂ ਜਿਹੜੇ ਛੋਟੇ ਭਾਈ ਜਾਜ਼ ਭਾਈ ਨੇ, ਨਹੀਂ ਸਾਨੂੰ ਤੁਸੀਂ ਬੈਕਗ੍ਰਾਉਂਡ ਤੇ ਰਹਿਣ ਦਿਓ, ਅਸੀਂ ਬੈਕਗ੍ਰਾਉਂਡ ਤੇ ਹੀ ਆ ਸ਼ੁਰੂ ਤੋਂ। ਤੇ ਭਾਈ ਜੀ ਉਹਨਾਂ ਨੂੰ ਤੁਸੀਂ ਦਾਵਤ ਦੇਣੀ ਆ। ਹਾਂਜੀ ਅੰਜਮ ਸਾਹਿਬ, ਅਸੀਂ ਤੁਹਾਨੂੰ ਦਾਵਤ ਦੇਣੇ ਆ ਜਾਜ਼ ਭਾਈ ਵੱਲੋਂ। ਚਲੋ ਸਾਡੀ ਤਾਂ ਤੁਸੀਂ ਸੁਣਨੀ ਨਹੀਂ, ਤੁਸੀਂ ਬਿਜ਼ੀ ਬੰਦੇ ਆ, ਮਸਰੂਫ ਬੰਦੇ ਆ। ਜਾਜ਼ ਦਾ ਵਾਕਿਆ ਸੁਣਾਵਾਂਗੇ, ਤੁਸੀਂ ਹੱਸ ਕੇ ਦੂਰੇ ਹੋ ਜਾਓਗੇ। ਰਕਸ਼ਾ ਮਿਲਦਾ ਇੱਥੋਂ, ਰਕਸ਼ਾ ਕੇ ਵਾਪਸੀ ਦਾ ਤੁਸੀਂ ਆ ਜਿਓ ਵੇ। ਲਓ ਜੀ ਜਾਜ਼ ਵੱਲੋਂ ਤੁਹਾਨੂੰ ਦਾਵਤ ਆ, ਜਦੋਂ ਤੁਹਾਡੇ ਕੋਲ ਟਾਈਮ ਹੋਵੇ ਤੁਸੀਂ ਸਾਨੂੰ। ਗਲਾ ਖਰਾਬ ਆ ਅੱਜ ਬੁੱਧ ਤੇ ਅਸੀਂ ਆਏ ਆ ਤਾਂ ਮੇਰਾ ਖਿਆਲ 2-3 ਦਿਨ ਲੱਗ ਗਏ ਤੁਹਾਨੂੰ ਜਾਂਦੇ ਜੀ। ਸਾਡੇ ਕੋਲ ਕੁਝ ਹੋਰ ਸਮਾਨ ਨਹੀਂ ਹੋ ਸਕਿਆ, ਉਹ ਤੁਹਾਨੂੰ ਜੁਮੇ ਤੱਕ ਇਨਸ਼ਾਅੱਲਾ ਤੁਹਾਨੂੰ ਪਹੁੰਚਾ ਦਾਂਗੇ ਇਨਸ਼ਾਅੱਲਾ। ਔਰ ਉਮੀਦ ਹੈ ਕਿ ਹੋ ਜਾਣਾ ਇਨਸ਼ਾਅੱਲਾ। ਮੈਂ ਉਸਮਾਨ ਭਾਈ ਨੂੰ ਤੁਹਾਨੂੰ ਬਿਲਟੀ ਕਰਵਾ ਦੂੰਗਾ, ਉਹ ਤੁਸੀਂ ਕਰ ਲੈਣਾ। ਬਾਕੀ ਸਾਰੇ ਆਪਣੇ ਥੋੜਾ ਜਿਹਾ ਨਾ ਖਿਆਲਾਂ ਦਾ ਜ਼ਾਹਰ ਕਰ ਲੈਣ। ਅੱਛਾ ਜੀ, ਅਸੀਂ ਅੰਜਮ ਸਾਹਿਬ ਨੂੰ ਮਿਲਣ ਆਏ ਸੀ। ਬੜਾ ਅੱਛਾ ਲੱਗਾ ਅੰਜਮ ਸਾਹਿਬ ਦੇ ਡੇਰੇ ਤੇ ਆਏ ਉਹਨਾਂ ਨੂੰ ਮਿਲਣ, ਤੇ ਸਾਡੀ ਮੁਲਾਕਾਤ ਹੋਈ ਡਾਕਟਰ ਸਾਹਿਬ ਦੇ ਨਾਲ। ਤੇ ਇਹਨਾਂ ਦਾ ਕੰਮ ਬਹੁਤ ਅੱਛਾ ਹੈ ਜੀ, ਬਹੁਤ ਨੇਕ ਕੰਮ ਕਰ ਰਹੇ ਨੇ। ਤੇ ਮੈਂ ਮੁਹੰਮਦ ਅਫਜ਼ਾਲ ਅਖਤਰ, ਅਸਿਸਟੈਂਟ ਐਜੂਕੇਸ਼ਨ ਅਫੀਸਰ ਫੋਟਾਬਾਸ ਤੋਂ ਬਿਲੋਂਗ ਕਰਦਾ ਹਾਂ। ਮੇਰੇ ਨਾਲ ਰਾਏ ਆਸਫ ਖਲ ਸਾਹਿਬ ਨੇ, ਮਾਸਟਰ ਟ੍ਰੇਨਰ ਫੋਟਾਬਾਸ। ਔਰ ਮੈਂ ਡਾਕਟਰ ਸਾਹਿਬ ਨੂੰ ਦਾਵਤ ਦਿੰਦਾ ਕਿ ਸਾਡੇ ਇਲਾਕੇ 'ਚ ਵੀ ਤਸ਼ਰੀਫ ਲੈ ਕੇ ਆਉਣ। ਉੱਥੇ ਵੀ ਇਹ ਜਿਹੜੇ ਮੁਸਤਕ ਲੋਕ ਨੇ ਉਹਨਾਂ ਨੂੰ ਪਹਿਲੇ ਸ਼ਜਰਕਾਰੀ ਵੀ ਕਰਨ, ਤੇ ਮੁਸਤਕ ਲੋਕਾਂ ਨੂੰ ਵੀ ਜਿਹੜਾ ਨਾ ਜਰਸੀ ਵਗੈਰਾ ਜੋ ਵੀ ਇਹ ਦਿੰਦੇ ਨੇ, ਇਹ ਕੰਮ ਉੱਥੇ ਵੀ ਕਰਨ। ਬਿਲਾਈ ਦਾ ਕੰਮ ਹੈ, ਬਹੁਤ ਅੱਛਾ ਕੰਮ ਹੈ। ਦੇਖੋ ਨਾ ਜੀ, ਸ਼ੌਕ ਦੀ ਗੱਲ ਆ। ਅਫਜ਼ਾਲ ਸਾਹਿਬ ਨੇ ਆਪਣੇ ਵਾਸਤੇ ਨਹੀਂ ਕੋਈ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਯਾਰ ਸਾਡੇ ਵੀ ਉੱਥੇ ਬੱਚੇ ਮੁਸਤਕ ਹੈਗੇ, ਸਾਡੇ ਸਕੂਲਾਂ 'ਚ ਵੀ ਆਓ। ਬੜਾ ਚੰਗਾ ਲੱਗਾ, ਇਦਾਂ ਦੀ ਸੋਚ ਹੋਣੀ ਚਾਹੀਦੀ ਆ। ਤੇ ਅਫਜ਼ਾਲ ਸਾਹਿਬ ਦੀ ਜਿਹੜੀ ਇਹ ਦਾਵਤ ਦਿੱਤੀ ਹੋਈ ਆ, ਡਾਕਟਰ ਸਾਹਿਬ ਨੂੰ ਪੁੱਛਦੇ ਆ ਵੀ ਕਬੂਲ ਆ ਜੀ? ਜੀ ਜ਼ਰੂਰ ਇਨਸ਼ਾਅੱਲਾ। ਬਲਕਿ ਮੈਨੂੰ ਖੁਸ਼ੀ ਹੋਏਗੀ, ਮਤਲਬ ਹੈ ਕਿ ਜਾਵਾਂਗੇ, ਇੱਕ ਤਾਂ ਸ਼ਜਰਕਾਰੀ ਕਰਾਂਗੇ ਉੱਥੇ, ਇੱਕ ਸੈਰ ਕਰਾਂਗੇ, ਸੈਰ ਵੀ ਕਰਾਂਗੇ ਇਨਸ਼ਾਅੱਲਾ। ਲੇਕਿਨ ਅਸਲ ਕੰਮ ਤਾਂ ਆਪਣਾ ਜਿਹੜਾ ਹੈਗਾ ਨਾ ਇਨਸ਼ਾਅੱਲਾ ਕਰਾਂਗੇ। ਲਓ ਜੀ, ਉਹਨਾਂ ਨੇ ਕਬੂਲ ਕੀਤੀ ਦਾਵਤ। ਇਨਸ਼ਾਅੱਲਾ ਅਸੀਂ ਫੋਟਾਬਾਸ ਆਵਾਂਗੇ, ਸ਼ਜਰਕਾਰੀ ਵੀ ਕਰਾਂਗੇ ਆਤਫ ਸਾਹਿਬ ਸਕੂਲਾਂ 'ਚ ਇਨਸ਼ਾਅੱਲਾ। ਤੇ ਅਸੀਂ ਤੋਹਫੇ ਵੀ ਲੈ ਕੇ ਆਵਾਂਗੇ ਇਨਸ਼ਾਅੱਲਾ। ਤੇ ਇਜਾਜ਼ ਸਾਹਿਬ ਨੇ ਜਿਹੜੀ ਸਾਨੂੰ ਦਾਵਤ ਦਿੱਤੀ ਆ ਲੈਲਪੁਰ ਦੀ, ਇਜਾਜ਼ ਸਾਹਿਬ ਤੁਹਾਡੀ ਦਾਵਤ ਅਸੀਂ ਤੁਹਾਡੇ ਇੰਤਜ਼ਾਰ 'ਚ ਹਾਂ ਜੀ, ਜਦੋਂ ਤੁਸੀਂ ਆਓ ਇਨਸ਼ਾਅੱਲਾ ਸਾਡੇ ਕੋਲ। ਤੇ ਤੁਹਾਡਾ ਸੁਨੇਹਾ ਜੀ ਇਹ ਸਾਡੇ ਸਿਰ ਮੱਥੇ ਤੇ ਅਸੀਂ ਜ਼ਰੂਰ ਆਵਾਂਗੇ। ਮਿਹਰਬਾਨੀ, ਸ਼ੁਕਰੀਆ, ਬੜੀ ਮਿਹਰਬਾਨੀ। ਤੇਰੀ ਸੁਣੀਗੀ, ਮਿਹਰਬਾਨੀ ਯਾਰ।